स्वागत बहुत बहुत स्वागत है इस प्रोग्राम के विच जिहदा नाम है नवीं उडारी। उडारी जदों असीं उडार भरन की कोशिश करते हैं, उडारी आउण वाले भविख की कल्पना की उडारी, उडारी नवीं नुहारां की उडारी, उडारी जिहड़ी नवीं नकोर कोई गल कर जाए उही उडारी। आउण वाले भविख की जदों असीं गल करते हैं तो साडी इक्को ही एक सोच हुंदी है कि साडे बच्चे जिहड़े ने वो नवीं नवीं उडारियां जरूर भरन। सो मैनू लाइन चेते है गई कि पढ़ लिख बच्चों ना चमका लो, जग ते वक्री टौर बना लो, फिर ये सारी दुनिया शाबा शाबा आखूगी। बच्चों के सिर ते हुंदी सरदारी बापू दी। सो जिस वेले बच्चे खुद समझदार होने शुरू करते हैं, हौली हौली करके जदों वो अगे वधदे ने फिर वो मंजिलों नूं सर करते हैं। सच जाणिओ नवीं उडारी तो ही उडार भर के वो अपनियां मंजिलों तक पहुँचते हैं। इन्ने लफ्ज़ां नूं तुसीं तां प्रवान कीता, पर जदों रत्ती रत्ती मक्की नूं जवान हुंदी वेखदा है, जदों कामा गुड्डदा है खेत रंबे झंडे नाल, जित दे निशान सदा लाए जांदे झंडे नाल। सो जित के आउणा ते जित हासिल करनी, जित वास्ते लड़ना ते जित लड़दे लोकां दी हुंदी है कहंदे। सो जदों 16 को साल दी उम्र दे विच किसी ने कलम चक्की, समाजिक मुद्दिआं नूं वेखिआ, समझिआ, परखिआ, उस तो बाद विच कोरे जे कागज़ दे उत्ते अपने हरफां नूं उकेर दित्ता, तो फिर वो शख्सीयत दे नाल मिलना तो जरूरी हो जाना ना। 16 सालां दा एक गभरू जिहा मुंडा जिन्ने कि कलम चुक्की, ਜਿਹੜਾ ਰਾਈਟਰ ਬਣ ਗਿਆ। ਉਸ ਤੋਂ ਬਾਅਦ ਵਿੱਚ ਇੰਡੀਆ ਬੁੱਕ ਆਫ ਰੈਕਡਸ ਦੇ ਵਿੱਚ ਉਹਦਾ ਨਾਂ ਦਰਜ ਹੋ ਗਿਆ। 16 ਸਾਲ ਤੋਂ ਪਹਿਲਾਂ ਜਦੋਂ 15ਵੇਂ ਸਾਲ ਵਿੱਚ ਸੀ ਉਸ ਵੇਲੇ ਉਹਦੀ ਕਿਤਾਬ ਲਿਖੀ ਗਈ, ਆਪ ਹੀ ਲਿਖੀ ਹੈ ਉਹਨੇ। ਉਸ ਤੋਂ ਬਾਅਦ ਵਿੱਚ ਫਿਰ ਜਦੋਂ ਉਹ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਤੇ ਫਿਰ ਪਤਾ ਨਹੀਂ ਕੀ ਕੁਛ ਮਨ ਦੇ ਵਿੱਚ ਆਇਆ, ਅਖਬਾਰਾਂ ਦੇ ਵਿੱਚ ਛੁਪਣਾ ਸ਼ੁਰੂ ਹੋ ਗਿਆ। ਫਿਰ ਜਦੋਂ ਛਪਾਈ ਸ਼ੁਰੂ ਹੋ ਗਈ ਤਾਂ ਕਾਲਮ ਨਵੀਸ ਵੀ ਬਣ ਗਿਆ। ਸੋ ਬੜਾ ਕੁਝ ਛੁਪਿਆ ਹੋਇਆ ਇਹੋ ਜਿਹੀ ਸ਼ਖਸੀਅਤ ਦੇ ਵਿੱਚ ਜਿਹਨੇ ਨਵੀਂ ਉਡਾਰ ਭਰੀ ਹੈ। ਸੋ ਮੈਂ ਸ਼ਖਸੀਅਤ ਨੂੰ ਕੌਮਿਆਂ ਵਿੱਚ ਨਹੀਂ ਹੁਣ ਲਿਖਦਾ, ਸਿੱਧੀ ਸ਼ਖਸੀਅਤ ਦੇ ਵੱਲ ਇਸ਼ਾਰਾ ਕਰਨ ਦੀ ਕੋਸ਼ਿਸ਼ ਕਰਦਾ। ਆਪਾਂ ਅੱਜ ਮਿਲਦੇ ਹਾਂ ਸਰਦਾਰ ਮਨਸੀਰਤ ਸਿੰਘ ਗਿੱਲ ਹੋਰਾਂ ਨੂੰ, ਜਿਹੜੇ ਕਿ ਉਮਰ ਦੇ ਵਿੱਚ ਭਾਵੇਂ ਛੋਟੇ ਨੇ ਪਰ ਸਾਡੇ ਲਫ਼ਜ਼ ਉਹਨਾਂ ਦੇ ਹਾਣ ਦੀ ਕੋਸ਼ਿਸ਼ ਕਰਨਗੇ। ਹਾਂਜੀ ਮਨਸੀਰਤ ਜੀ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਅੱਛਾ ਮਨਸੀਰਤ ਸਿੰਘ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਤੁਹਾਡੀ ਸ਼ਖਸੀਅਤ ਦੀ, ਸ਼ਾਇਦ ਲਫ਼ਜ਼ ਘੱਟ ਪੈ ਗਏ ਮੇਰੇ ਕੋਲੋਂ, ਲਫ਼ਜ਼ਾਂ ਦੀ ਗਾਗਰ ਮੇਰੀ ਊਣੀ ਸੀਗੀ। ਤੁਹਾਡੀ ਸ਼ਖਸੀਅਤ ਨੂੰ ਬਿਆਨ ਕਰਨ ਵਾਸਤੇ ਇਹ ਬਹੁਤੇ ਜ਼ਿਆਦਾ ਨਹੀਂ ਸੀਗੇ, ਕਿਉਂਕਿ ਇੰਨਾ ਕੁਛ, ਇੰਨੇ ਗੁਣ ਜਿਹੜੇ ਹੈਗੇ ਉਹ ਛੁਪੇ ਹੋਏ ਆ ਤੁਹਾਡੇ ਵਿੱਚ। ਲਿਖਣ ਵਾਸਤੇ ਜਦੋਂ ਕਲਮ ਨੂੰ ਬੰਦਾ ਮਹਿਬੂਬ ਬਣਾ ਲੈਂਦਾ ਨਾ, ਫਿਰ ਹਰਫ ਆਪਣੇ ਆਪ ਨਿਕਲਦੇ ਆ, ਸੋਚ ਆਪਣੇ ਆਪ ਚੱਲਦੀ ਆ। ਸੋ ਲਿਖਣ ਦਾ ਸ਼ੌਕ ਕਦੋਂ ਤੇ ਕਿਵੇਂ ਪੈਦਾ ਹੋਇਆ ਤੁਹਾਨੂੰ? ਲਿਖਣ ਦਾ ਸ਼ੌਕ 3-4 ਸਾਲ ਪਹਿਲਾਂ ਜਦੋਂ ਮੇਰੇ ਸਿਸਟਰ ਨੇ ਕਿਤਾਬਾਂ ਪੜ੍ਹਦੇ ਸੀਗੇ ਤਾਂ ਉਹਨਾਂ ਨੇ ਮੈਨੂੰ ਕੁਝ ਕਿਤਾਬਾਂ ਦਿੱਤੀਆਂ। ਅੱਛਾ। ਤਾਂ ਲਿਖਣ ਦਾ ਸ਼ੌਕ ਪੜ੍ਹ ਕੇ ਸ਼ੁਰੂ ਹੋਇਆ। ਮੈਂ ਬਹੁਤ ਕਿਤਾਬਾਂ ਪੜ੍ਹੀਆਂ, ਫਿਰ ਮੈਂ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਐਂਡ ਫਿਰ ਉਸ ਤੋਂ ਬਾਅਦ 2-3 ਸਾਲਾਂ ਵਿੱਚ ਮੈਂ ਕਵਿਤਾਵਾਂ ਲਿਖਣੀਆਂ ਸ਼ੁਰੂ ਕਰਤੀਆਂ ਤੇ ਫਿਰ ਮੈਂ ਆਪਣੇ ਦੋਸਤਾਂ ਨੂੰ ਦਿਖਾਉਂਦਾ ਸੀਗਾ, ਤਾਂ ਫਿਰ ਅੱਜ ਹੁਣ ਕਿਤਾਬ ਲਿਖ ਲਈ। ਦ ਬਲੂ ਪ੍ਰਿੰਟ ਆਫ ਮਾਈ ਮਾਈਂਡ, ਹੈ ਨਾ ਜੀ। ਇਹ ਮਨ ਦੀ ਜਿਹੜੀ ਇੱਕ ਬਲੂ ਪ੍ਰਿੰਟ ਹੈਗਾ ਜਿਹੜਾ ਤੁਸੀਂ ਲੋਕਾਂ ਸਾਹਮਣੇ ਲੈ ਕੇ ਆਏ ਜੀ। ਕੀ ਹੈ ਇਸ ਕਿਤਾਬ ਦੇ ਵਿੱਚ? ਇਸ ਕਿਤਾਬ ਦੇ ਵਿੱਚ ਸਮਾਜ ਦੇ ਜੋ ਇਸ਼ੂਜ਼ ਨੇ, ਜੋ ਪ੍ਰੋਬਲਮਸ ਚੱਲਦੀਆਂ ਨੇ, ਖਾਸ ਕਰ ਦਿਮਾਗ ਦੀ ਸਿਹਤ ਬਾਰੇ, ਜੀ, ਲੋਕ ਡਿਪਰੈਸ਼ਨ ਤੇ ਆ ਸਾਰੀਆਂ ਜੋ ਚੀਜ਼ਾਂ ਜੋ ਸਮਾਜ ਵਿੱਚ ਇੰਨਾ ਨਹੀਂ ਪਤਾ ਲੋਕਾਂ ਨੂੰ, ਜੀ, ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਦਿੰਦਾ ਹੈ। ਇਸ ਕਿਹੋ ਜਿਹਾ ਇਨਸਾਨ ਮਹਿਸੂਸ ਕਰਦਾ ਹੈ, ਕਾਹਤੋਂ ਇਹ ਹੋ ਸਕਦੀਆਂ ਨੇ, ਐਂਡ ਇਸ ਤੋਂ ਕਿਵੇਂ ਵਧਿਆ ਜਾ ਸਕਦਾ ਹੈ। ਆਪਾਂ ਕਿਤਾਬਾਂ ਪੜ੍ਹਦੇ ਹਾਂ ਜਿਹਦੇ ਵਿੱਚ ਸਿੱਧਾ ਸ਼ਬਦਾਂ ਦੇ ਵਿੱਚ ਲਿਖਿਆ ਹੁੰਦਾ ਕਿ ਇਹ ਐਵੇਂ ਹੁੰਦਾ ਹੈ, ਇਹ ਇਸ ਤਰੀਕੇ ਨਾਲ ਕੀਤਾ ਹੁੰਦਾ ਹੈ। ਇਹ ਇੱਕ ਕਵਿਤਾਵਾਂ ਦੇ ਨਜ਼ਰੀਏ ਤੋਂ ਦਿਖਾਈ ਗਈ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਦੱਸਿਆ ਗਿਆ ਹੈ ਤਾਂ ਕਿ ਜਿਹੜਾ ਵੀ ਪੜ੍ਹਨ ਵਾਲਾ ਹੈ ਉਹ ਸਿਰਫ ਪੜ੍ਹ ਕੇ ਸਿੱਖੇ ਨਾ, ਬਟ ਉਹਨਾਂ ਨੂੰ ਲਗਾਤਾਰ ਪੜ੍ਹਿਆ ਜਾ ਸਕੇ। ਪਹਿਲਾਂ ਪੜ੍ਹਿਆ, ਉਸ ਤੋਂ ਬਾਅਦ ਵਿੱਚ ਲਿਖਿਆ, ਤੇ ਜੋ ਲਿਖਿਆ ਉਹ ਛਪ ਗਿਆ, ਤੇ ਜਦੋਂ ਛਪ ਗਿਆ ਤੇ ਫਿਰ ਮਨ ਸੀਰਤ, ਉਹਦੀ ਸੀਰਤ ਵੀ ਝਲਕਦੀ ਆ, ਉਹਦਾ ਮਨ ਵੀ ਝਲਕਦਾ ਉਸ ਬਲੂ ਪ੍ਰਿੰਟ ਦੇ ਵਿੱਚੋਂ। ਆਈਡੀਆ ਕਿੱਥੋਂ ਮਿਲਿਆ ਫਿਰ? ਇਹ ਆਈਡੀਆ ਪਹਿਲਾਂ ਤਾਂ ਮੈਨੂੰ ਆਪਣੇ ਆਪ ਨੂੰ ਵੀ ਮੈਂ ਉਸ ਚੀਜ਼ਾਂ ਦੇ ਵਿੱਚ ਮੈਂ ਜਾ ਰਿਹਾ ਸੀ ਉਹਨਾਂ ਵਿੱਚੋਂ। ਮੈਨੂੰ ਜਿਵੇਂ ਪਿਛਲੇ ਸਾਲ ਹੀ ਮੈਂ ਲਿਖਣਾ ਸ਼ੁਰੂ ਕੀਤਾ ਤਾਂ ਉਦੋਂ ਲੋਕਡਾਊਨ ਸ਼ੁਰੂ ਹੋ ਗਿਆ, ਅਤੇ ਲੋਕਡਾਊਨ ਦੇ ਵਿੱਚ ਤਾਂ ਸਾਰੇ ਹੀ ਇਕੱਲੇ ਰਹਿ ਕੇ ਖਿਆਲਾਂ 'ਚ ਖੋ ਜਾਣਾ ਅਤੇ ਆਹ ਸਭ ਚੱਲਦਾ ਸੀਗਾ। ਤਾਂ ਮੈਂ ਲਿਖਣਾ ਸ਼ੁਰੂ ਕੀਤਾ ਜੋ ਮੈਂ ਲਿਖਣਾ ਚਾਹੁੰਦਾ ਸੀ ਅੰਦਰੋਂ ਮਨ ਤੋਂ। ਪਹਿਲਾਂ ਮੈਂ ਆਪਣੇ ਦੋਸਤਾਂ ਨੂੰ ਕਹਿੰਦਾ ਸੀਗਾ ਕਿ ਮੈਨੂੰ ਦੱਸੋ ਕਿਸ 'ਤੇ ਲਿਖਾਂ ਮੈਨੂੰ, ਪਰ ਹੋਰ ਮੈਂ ਲਿਖਣਾ ਸ਼ੁਰੂ ਕੀਤਾ ਇਕੱਲੇ ਹੋ ਕੇ ਕਿ ਜੋ ਮੈਂ ਲਿਖਾਂ, ਜੋ ਮੇਰੇ ਦਿਮਾਗ 'ਚ ਸਾਰੇ ਇਸ਼ੂਜ਼ ਚੱਲਦੇ ਪਏ ਸੀਗੇ, ਮੈਂ ਆਪਣੇ ਆਸ-ਪਾਸ ਦੇਖ ਰਿਹਾ ਸੀਗਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੁੰਦੇ ਹੋਏ। ਦੋਸਤਾਂ ਨਾਲ ਵੀ ਜਿਵੇਂ ਗੱਲਾਂ ਹੁੰਦੀਆਂ, ਉਹ ਵੀ ਕਿਸੇ ਮੁਸੀਬਤ 'ਚ ਜਾਂਦੇ ਨੇ ਤਾਂ ਅਸੀਂ ਗੱਲਾਂ ਕਰਦੇ ਹਾਂ, ਤਾਂ ਫਿਰ ਉੱਥੋਂ ਮੈਨੂੰ ਜੋ ਮਿਲਿਆ ਮੈਂ ਉਹ ਲਿਖਿਆ। ਫਿਰ 15 ਤੋਂ ਲੈ ਕੇ 16 ਤੇ ਗਏ, 16 ਤੋਂ ਬਾਅਦ ਵਿੱਚ 17ਵੇਂ 'ਚ ਪੈਰ ਧਰਿਆ, ਹਲੇ 18 ਦੇ ਨਹੀਂ ਹੋਏ, ਪਰ ਫਿਰ ਵੀ ਐਡੀ ਵੱਡੀ ਸੋਚ ਰੱਖਣੀ,
ਇਹ ਵੀ ਬੜੀ ਕਾਬਿਲੇ ਤਾਰੀਫ ਗੱਲ ਹੈਗੀ ਆ ਕਿ ਸਮਾਜ ਦੀਆਂ ਸਮੱਸਿਆਵਾਂ ਨੂੰ ਪੜ੍ਹਨਾ, ਸਮਾਜ ਦੀਆਂ ਸਮੱਸਿਆਵਾਂ ਨੂੰ ਦੇਖਣਾ, ਫਿਰ ਤਣਾਅ ਉੱਤੇ, ਐਗਜ਼ਾਈਟੀ ਉੱਤੇ, ਟੈਨਸ਼ਨ ਉੱਤੇ, ਡਿਪਰੈਸ਼ਨ ਉੱਤੇ, ਇਹੋ ਜਿਹੇ ਵਿਸ਼ਿਆਂ ਉੱਤੇ ਲਿਖਣਾ, ਇਹ ਸਬੱਬ ਕਿੱਦਾਂ ਬਣਦਾ ਹੈ? ਇਹ ਆਈਡੀਆਜ਼ ਕਿੱਥੋਂ ਆਉਂਦੇ ਆ? ਇਹਨਾਂ ਦੀ ਸ਼ੁਰੂਆਤ ਤਾਂ ਪਹਿਲਾਂ ਮੈਂ ਜਦੋਂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਉਦੋਂ ਇੰਨੀਆਂ ਵਧੀਆ ਨਹੀਂ ਸੀਗੀਆਂ, ਬਟ ਮੈਂ ਉਹ ਕੋਸ਼ਿਸ਼ ਜਾਰੀ ਰੱਖੀ। ਉਹ ਮੈਂ ਮੇਰੀ ਇੱਕ ਆਦਤ ਬਣ ਗਈ ਕਹਿ ਸਕਦੇ ਹਾਂ। ਬਿਲਕੁਲ। ਕਿ ਆਦਤ ਬਣਨ ਤੋਂ ਬਾਅਦ ਹੌਲੀ ਹੌਲੀ ਫਿਰ ਇਹਨਾਂ ਕਵਿਤਾਵਾਂ ਦੇ ਨਵੇਂ ਆਈਡੀਆਜ਼ ਆਉਂਦੇ ਰਹੇ ਕਿ ਮੈਂ ਇਸ ਬਾਰੇ ਲਿਖ ਸਕਦਾ, ਇਸ ਬਾਰੇ ਲਿਖ ਸਕਦਾ। ਹਰ ਇੱਕ ਕਵਿਤਾ ਲਿਖ ਕੇ ਜਿਵੇਂ ਮੈਨੂੰ ਕੁਝ ਸਿੱਖਣ ਨੂੰ ਮਿਲਦਾ ਸੀਗਾ ਤਾਂ ਉਹ ਅਗਲੀ ਕਵਿਤਾ ਦੇ ਵਿੱਚ ਆ ਜਾਂਦਾ ਸੀਗਾ। ਕਵਿਤਾਵਾਂ ਕਿਹੜੀ ਭਾਸ਼ਾ ਦੇ ਵਿੱਚ ਲਿਖੀਆਂ? ਇੰਗਲਿਸ਼, ਅੰਗਰੇਜ਼ੀ। ਅੰਗਰੇਜ਼ੀ ਦੇ ਵਿੱਚ, ਪੰਜਾਬੀ ਵਿੱਚ ਵੀ ਲਿਖੀਆਂ? ਜੀ ਪੰਜਾਬੀ, ਬਟ ਕਵਿਤਾ ਕਿਤਾਬ ਦੇ ਵਿੱਚ ਸਾਰੀ ਅੰਗਰੇਜ਼ੀ 'ਚ ਨੇ। ਤੇ ਫਿਰ ਆਪਾਂ ਸ਼ੁਰੂਆਤ ਇੰਗਲਿਸ਼ ਤੋਂ ਕਰ ਲਈਏ? ਜੀ ਮੈਂ ਇੰਗਲਿਸ਼ ਕਨਵੈਂਟ ਸਕੂਲ 'ਚ ਪੜ੍ਹਿਆ ਸੀਗਾ ਅਤੇ ਮੈਂ ਜਦੋਂ ਵੀ ਕਿਸੇ ਲਿਖਣ ਵਾਸਤੇ ਇੱਕ ਆਈਡੀਆ ਆਉਂਦਾ ਤਾਂ ਉਦੋਂ ਕੋਈ ਭਾਸ਼ਾ ਕਿਹੜੀ 'ਚ ਲਿਖਣਾ ਉਹ ਨਹੀਂ ਆਉਂਦਾ ਦਿਮਾਗ ਦੇ ਵਿੱਚ। ਮੈਂ ਬਸ ਇੱਕ ਵਾਰੀ ਲਿਖ ਦਿੰਦਾ, ਫਿਰ ਉਹ ਜਿਹੜੀ ਬਣ ਜਾਂਦੀ ਹੈ ਉਹਦੇ ਵਿੱਚ ਚੱਲਦਾ। ਪਰ ਪੰਜਾਬੀ ਦੇ ਵਿੱਚ ਵੀ ਮੈਂ ਲਿਖਦਾ, ਬਟ ਪੰਜਾਬੀ ਵਾਸਤੇ ਮੈਨੂੰ ਅੰਦਰੋਂ ਐਂ ਹੁੰਦਾ ਕਿ ਮਾਂ ਬੋਲੀ ਹੈ ਤਾਂ ਫਿਰ ਮੈਨੂੰ ਐਂ ਹੁੰਦਾ ਕਿ ਮੈਂ ਵਧੀਆ ਲਿਖਾਂ, ਉਹਦੇ ਵਿੱਚ ਵਧੀਆ ਤੋਂ ਵਧੀਆ ਹੋਵੇ। ਅਤੇ ਮੈਂ ਜਦੋਂ ਵੀ ਕੁਛ ਲਿਖਦਾ ਤਾਂ ਮੈਂ ਹਮੇਸ਼ਾ ਉਹਨੂੰ 5-6 ਵਾਰੀ ਪੜ੍ਹ ਕੇ ਬਹੁਤ ਵਾਰੀ ਫਿਰ ਮੈਂ ਵੇਖਦਾ ਕਿ ਨਹੀਂ ਇਹ ਵਧੀਆ ਨਹੀਂ ਹੈ, ਮੈਨੂੰ ਵਧੀਆ ਲੱਗਦੀ ਹੈ ਜਾਂ ਮੈਂ ਇਸ 'ਤੇ ਜ਼ਿਆਦਾ ਕੰਮ ਕਰ ਸਕਦਾ। ਮਤਲਬ ਤੁਹਾਡੀ ਸੋਚ ਦਾ ਮੈਂ ਜੇ ਮੁਜੱਸਮਾ ਥੋੜ੍ਹਾ ਜਿਹਾ ਕਰਨਾ ਹੋਵੇ ਤਾਂ ਇਹ ਕਹਿ ਸਕਦੇ ਹਾਂ ਵੀ ਸਕੂਲ ਕੋਈ ਵੀ ਹੋਵੇ, ਚਾਹੇ ਉਹ ਕਨਵੈਂਟ ਹੋਵੇ, ਚਾਹੇ ਉਹ ਪੰਜਾਬੀ ਸਕੂਲ ਹੋਵੇ, ਚਾਹੇ ਉਹ ਸਰਕਾਰੀ ਹੋਵੇ, ਚਾਹੇ ਉਹ ਪ੍ਰਾਈਵੇਟ ਹੋਵੇ, ਜਿਹੜਾ ਮਰਜ਼ੀ ਸਕੂਲ ਵਿੱਚ ਬੱਚਾ ਪੜ੍ਹਦਾ ਹੋਵੇ, ਪਰ ਜੇ ਆਪਣੀ ਕਲਾ ਨੂੰ ਪਛਾਣਨਾ ਤਾਂ ਉਹਨੇ ਪਛਾਣ ਲੈਣਾ ਜੀ। ਅਤੇ ਆਪਣੇ ਜਿਹੜੇ ਹਰਫ ਨੇ ਜਦੋਂ ਉਕਰਨੇ ਉਹਨੇ ਉਕਰ ਦੇਣੇ ਆ। ਸੋ ਹੁਣ ਅੰਗਰੇਜ਼ੀ ਦੀ ਇੱਕ ਕਵਿਤਾ ਜ਼ਰੂਰ ਸਾਡੇ ਦਰਸ਼ਕਾਂ ਦੀ ਨਜ਼ਰ ਕਰ ਦਿਓ। ਜੀ ਮੈਂ ਇਸ ਵਿੱਚ ਲਿਖੀ ਸੀਗੀ ਇੱਕ ਕਵਿਤਾ। ਇਸ ਕਿਤਾਬ ਦੇ ਵਿੱਚ, ਜਿਹੜੀ ਕਿਤਾਬ ਇਸ ਵੇਲੇ ਤੁਹਾਡਾ ਹੱਥਲਾ ਸੰਗ੍ਰਹਿ ਹੈ ਨਾ? ਹਾਂਜੀ ਜੀ। ਇਹਦੇ ਵਿੱਚ ਮੈਂ ਲਿਖੀ ਸੀ ਇੱਕ ਕਲੋਜ਼ ਰੂਮ। ਜਸਟ ਬਿਕੋਜ਼ ਆਈ ਡਿਡਨਟ ਵਾਂਟ ਦ ਕਰਾਊਡ ਟੂ ਲੁੱਕ ਇਨਸਾਈਡ I closed the curtains of my mind to hide. It made everything dark in the room. Dim hope as dim light caught my sight. Seeped through the curtains it came, but wasn't enough to fill the room bright. I'm all alone in this closed room, and I hear the whispers of you calling my name. I hear the footsteps of your walking away. The echoes of past are still alive, because this room is empty till this day. At the same time, things are way too quiet and I'm used to feel way too loud. Take me somewhere new with you. Take me somewhere I can be myself. Take me somewhere far from this crowd. ਭੀੜ ਤੋਂ ਕਿਤੇ ਦੂਰ ਜਾ ਕੇ। ਜੀ ਤੁਸੀਂ ਸੱਚ ਜਾਣਿਓ, ਮੈਨੂੰ ਨਾ ਤੁਹਾਡੀ ਇਹ ਜਿਹੜੀ ਕਵਿਤਾ ਸੁਣ ਕੇ ਮੈਨੂੰ ਸਰਦਾਰ ਸਵਰਨ ਸਿੰਘ ਹੁਣਾਂ ਦਾ ਸਫ਼ਰਨਾਮਾ ਚੇਤੇ ਆ ਗਿਆ ਵੀ ਜਦੋਂ ਨਾ ਉਹਨਾਂ ਨੇ ਲਿਖਿਆ ਵੀ ਜੇ ਤੁਸੀਂ ਡਿਪਰੈਸ਼ਨ ਦੇ ਵਿੱਚ ਹੋਵੋ, ਟੈਨਸ਼ਨ ਦੇ ਵਿੱਚ ਹੋਵੋ ਅਤੇ ਤੁਸੀਂ ਨਾ ਸ਼ਹਿਰ ਦੀ ਭੱਜ ਦੌੜ ਤੋਂ ਬਹੁਤ ਜ਼ਿਆਦਾ ਦੁਖੀ ਹੋਵੋ ਅਤੇ ਤੁਸੀਂ ਨਾ 15 ਦਿਨ ਹੁਸ਼ਿਆਰਪੁਰ ਜਾਓ, ਸੀਰੋਵਾਲ ਦੇ ਅੰਬਾਂ ਦੇ ਬਾਗਾਂ ਦੇ ਵਿੱਚ, ਅਤੇ ਬਸ ਅੰਬ ਚੁੱਪੋ, ਇੰਜੋਏ ਕਰੋ, ਘੁੰਮੋ ਫਿਰੋ, ਮੋਬਾਈਲ ਛੱਡ ਦਿਓ ਅਤੇ ਇਹ ਭੁੱਲ ਜਾਓ ਵੀ ਤੁਸੀਂ ਪੜ੍ਹੇ ਲਿਖੇ ਆ। ਜੀ ਮੈਂ ਇਹਦੇ ਵਿੱਚ ਲਿਖਦਾ। ਹਾਂ, ਉਹ ਡਿਪਰੈਸ਼ਨ ਜਿਹੜਾ ਹੈਗਾ ਦੂਰ ਹੋ ਜਾਂਦਾ। ਔਰ ਉਹ ਜਿਹੜੀ ਸੇਮ ਝਲਕ ਹੈ ਨਾ ਇਹਦੇ ਵਿੱਚ ਪੈਂਦੀ ਹੈ ਵੀ ਜਦੋਂ ਅਸੀਂ ਕਮਰੇ ਦੇ ਵਿੱਚ ਬੰਦ ਹੋ ਜਾਂਦੇ ਹਾਂ ਉਸ ਵੇਲੇ ਅਸੀਂ ਕੀ ਮਹਿਸੂਸ ਕਰਦੇ ਹਾਂ। ਉਸ ਤੋਂ ਬਾਅਦ ਵੀ ਜਦੋਂ ਅਸੀਂ ਕਰਾਊਡ ਵਿੱਚ ਜਾਂਦੇ ਹਾਂ, ਭੀੜ ਦੇ ਵਿੱਚ ਜਾਂਦੇ ਹਾਂ, ਆਪਣੇ ਆਪ ਨੂੰ ਕਿੰਨਾ ਖੁੱਲ੍ਹਾ ਮਹਿਸੂਸ ਕਰਦੇ ਹਾਂ। ਅੱਜ ਕਿੱਦਾਂ ਦਾ ਮਹਿਸੂਸ ਹੁੰਦਾ? ਅੱਜ ਮੈਂ ਬਹੁਤ ਖੁਸ਼ ਹਾਂ। ਮੈਂ ਹੁਣ ਇੱਥੋਂ ਤੱਕ ਆ ਗਿਆ, ਮੈਂ ਦੇਖਦਾ, ਮੈਨੂੰ ਯਾਦ ਆਉਂਦਾ ਕਿ ਮੈਂ ਕਵਿਤਾਵਾਂ ਲਿਖਦਾ ਸੀਗਾ ਰਾਤ ਨੂੰ ਸਾਰਿਆਂ ਦੇ ਸੌਣ ਤੋਂ ਬਾਅਦ। ਜਦੋਂ ਫਿਰ ਮੈਂ ਸੌਣ ਤੋਂ ਪਹਿਲਾਂ ਸੋਚਣਾ ਸ਼ੁਰੂ ਕਰਦਾ ਸੀਗਾ ਅਤੇ ਉਦੋਂ ਮੈਂ ਲਿਖਦਾ ਸੀਗਾ। ਅਤੇ ਅੱਜ ਹੁਣ ਮੈਂ ਇੱਥੇ ਬੈਠਾ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਆ। ਘਰ ਦੇ ਕਦੀ ਟੋਕਦੇ ਨਹੀਂ ਹੁੰਦੇ ਸੀਗੇ ਵੀ ਹੁਣ ਤਾਂ ਸੌਂ ਜਾ, ਹੈ ਨਾ? ਹੁੰਦਾ ਸੀਗਾ ਜਦੋਂ ਮੈਂ ਸ਼ੁਰੂਆਤ ਕੀਤੀ ਸੀ, ਬਟ ਫਿਰ ਉਹਨਾਂ ਨੂੰ ਮੈਂ ਕਵਿਤਾਵਾਂ ਦਿਖਾਈਆਂ ਕਿ ਜੇ ਮੈਂ ਐਂ ਲਿਖਦਾ। ਸੱਚ ਜਾਣਿਓ, ਅੱਜ ਕੱਲ੍ਹ ਤਾਂ ਜਿਹੜੇ ਮੋਬਾਈਲ ਆ ਨਾ, ਇਹ ਚੌਂਕੀਦਾਰ ਆਪਾਂ ਜਿਹੜੇ ਹੈਗੇ ਉਹ ਰੱਖਣੇ ਨਹੀਂ। ਉਹ ਕਿਉਂ ਨਹੀਂ ਰੱਖਦੇ? ਕਿਉਂਕਿ ਮੋਬਾਈਲਾਂ ਉੱਤੇ ਤਾਂ ਸਾਰੀ ਰਾਤ ਜਿਹੜੇ ਹੈਗੇ ਆ ਉਹ ਜਾਗਦੇ ਰਹਿੰਦੇ ਆਪਾਂ, ਹੈ ਨਾ? ਪਰ ਤੁਸੀਂ ਮੋਬਾਈਲ ਦੇ ਯੂਜ਼ ਨੂੰ ਵੀ ਅੱਛੇ ਤਰੀਕੇ ਨਾਲ ਵਰਤਿਆ। ਜਦੋਂ ਤੁਸੀਂ ਕਲਮ ਦੇ ਨਾਲ ਲਿਖਣਾ ਸ਼ੁਰੂ ਕੀਤਾ ਉਹਨੂੰ ਵੀ ਵਧੀਆ ਤਰੀਕੇ ਨਾਲ ਲਿਖਿਆ ਗਿਆ ਸਾਰਾ ਕੁਛ। ਸੋ ਪਰਿਵਾਰ ਦਾ ਕਿੰਨਾ ਕੁ ਸਹਿਯੋਗ ਆ, ਕਿੰਨੇ ਮਦਦ ਕੀਤੀ ਇਹ ਕਿਤਾਬ ਲਿਖਣ ਦੇ ਵਿੱਚ? ਪਰਿਵਾਰ ਦਾ ਮੈਂ ਦੱਸ ਨਹੀਂ ਸਕਦਾ, ਬਹੁਤ ਉਹਨਾਂ ਨੇ ਮੈਨੂੰ ਸਪੋਰਟ ਕੀਤਾ ਕਿਉਂਕਿ
ਮੇਰੇ ਉਮਰ ਦੇ ਜਿਵੇਂ ਜਵਾਕ ਸੀਗੇ ਜਾਂ ਤਾਂ ਕਈ ਮੋਬਾਈਲਾਂ 'ਤੇ ਹੁੰਦੇ ਸੀ, ਬਟ ਅਸੀਂ ਵਾਧੂ ਜਵਾਕ ਖੇਡਣ ਜਾਂਦੇ ਸੀ ਬਾਹਰ। ਮੈਂ ਖੇਡਣ ਵਾਲਾ ਨਹੀਂ ਸੀ। ਮੈਂ ਅੰਦਰ ਬੈਠ ਕੇ ਕਿਤਾਬਾਂ ਪੜ੍ਹਨੀਆਂ, ਕਹਾਣੀਆਂ ਪੜ੍ਹਨੀਆਂ, ਦੂਜੇ ਲੋਕਾਂ ਬਾਰੇ ਵੇਖਣਾ, ਜਾਣਨਾ, ਨਵੀਆਂ ਚੀਜ਼ਾਂ ਸਿੱਖਣੀਆਂ, ਕਵਿਤਾਵਾਂ ਲਿਖਣੀਆਂ, ਆਹ ਸਾਰਾ ਕੁਛ ਮੈਂ ਕਰਦਾ ਸੀਗਾ। ਤਾਂ ਪਹਿਲਾਂ ਮਾਂ ਪਿਓ ਜ਼ਰੂਰ ਐ ਸੀਗਾ ਕਿ ਤੂੰ ਬਾਹਰ ਜਾਇਆ ਕਰ, ਖੇਡਿਆ ਕਰ, ਬਟ ਫਿਰ ਮੈਂ ਉਹਨਾਂ ਨੂੰ ਦਿਖਾਇਆ ਕਿ ਜੀ ਮੇਰਾ ਇਸ ਚੀਜ਼ਾਂ 'ਚ ਇੰਟਰਸਟ ਹੈ, ਮੈਂ ਆਹ ਸਾਰੀਆਂ ਚੀਜ਼ਾਂ ਕਰਦਾ, ਮੈਨੂੰ ਇਹਨਾਂ ਦਾ ਸ਼ੌਂਕ ਹੈ, ਮੈਂ ਕਰਨਾ ਚਾਹੁੰਦਾ। ਤਾਂ ਫਿਰ ਅੱਗੋਂ ਉਹਨਾਂ ਨੇ ਮੈਨੂੰ ਸਾਰਾ, ਮੇਰੇ ਪੇਰੈਂਟਸ ਨੇ ਸਪੋਰਟ ਕੀਤਾ। ਅਤੇ ਮੇਰੇ ਜਿਹੜੇ ਸਿਸਟਰ ਸੀਗੇ ਉਹ ਇਸ ਟਾਈਮ ਹੈਗੇ ਨੇ, ਸਟੱਡੀਜ਼ ਕਰ ਰਹੇ ਨੇ ਆਪਣੀ। ਉਹਨਾਂ ਨੇ ਮੈਨੂੰ ਫੋਨ 'ਤੇ, ਮੈਨੂੰ ਯਾਦ ਹੈ ਇੱਕ ਵਾਰੀ ਕਿਹਾ ਸੀਗਾ ਕਿ ਮਨਸੀਰਤ ਤੂੰ ਲਿਖਦਾ ਹੈ ਕਵਿਤਾਵਾਂ ਅਤੇ ਕਹਾਣੀਆਂ, ਤੂੰ ਇਹਨਾਂ ਨੂੰ ਕਦੇ ਛੱਡੀ ਨਾ, ਤੂੰ ਇਹਨਾਂ 'ਤੇ ਲੱਗਿਆ ਰਹੀ, ਕਰਦਾ ਰਹੀ। ਨਹੀਂ, ਇਹਨਾਂ 'ਤੇ ਤਾਂ ਲੱਗਿਆ ਰਹੀ, ਪਰ ਤੁਸੀਂ ਘੰਟਾ 2 ਘੰਟੇ ਖੇਡਣ ਵਾਸਤੇ ਜ਼ਰੂਰ ਕੱਢਿਆ ਕਰੋ। ਸਿਹਤ ਜ਼ਰੂਰੀ ਹੁੰਦੀ ਆ। ਵੀ ਦੇਖੋ, ਪੜ੍ਹਾਈਆਂ ਨਾਲ ਚੱਲਦੀਆਂ ਰਹਿਣੀਆਂ, ਲਿਖਣੀ ਵੀ ਨਾਲ ਚੱਲਦੀ ਰਹਿਣੀ ਆ। ਇਹ ਮੇਰੀ ਇੱਕ ਨਿੱਜੀ ਸਲਾਹ ਆ ਵੀ ਚਲੋ ਫਿਰ ਵੀ ਬੰਦੇ ਨੂੰ ਘੁੰਮਣਾ ਫਿਰਨਾ ਚਾਹੀਦਾ ਥੋੜ੍ਹਾ ਥੋੜ੍ਹਾ, ਹੈ ਨਾ ਜੀ। ਸੋ ਜਦੋਂ ਅਸੀਂ ਤੁਹਾਡੀਆਂ ਪੰਜਾਬੀ ਦੀਆਂ ਕਵਿਤਾਵਾਂ ਦੀ ਗੱਲ ਕਰਦੇ ਹਾਂ ਅਤੇ ਰਾਈਮ ਸਕੀਮ ਵੱਖਰੀ ਵੱਖਰੀ ਹੈ, ਤੁਹਾਨੂੰ ਵੀ ਪਤਾ। ਸੋ ਇਹ ਜਿਹੜੀ ਰਾਈਮ ਸਕੀਮ ਹੈ ਤੁਸੀਂ ਲਿਖੀ ਆ, ਇਹ ਅਲੱਗ ਹੈ ਅਤੇ ਪੰਜਾਬੀ ਦੀ ਥੋੜ੍ਹੀ ਜਿਹੀ ਅਲੱਗ ਹੁੰਦੀ ਆ। ਪੰਜਾਬੀ ਦੀ ਕੋਈ ਕਵਿਤਾ ਹੈ ਤੁਹਾਡੇ ਕੋਲ ਜਿਹੜੀ? ਜੀ, ਮੈਂ ਪੰਜਾਬੀ ਦੀ ਕਵਿਤਾ ਲਿਖੀਆਂ ਸੀਗੀਆਂ, ਮੈਂ ਥੋੜ੍ਹੀਆਂ ਜਿਹੀਆਂ ਲੈ ਕੇ ਆਇਆ ਸੀ। ਹੈਗੀਆਂ ਇੱਕ, ਮੈਂ ਦੁੱਖ ਸਾਰਿਆਂ ਦੀ ਜ਼ਿੰਦਗੀ ਵਿੱਚ ਬੈਠਾ, ਸਾਰਿਆਂ ਨੂੰ ਸਿਖਾਉਂਦਾ, ਤੂੰ ਆਪਣੇ ਆਪ ਨੂੰ ਇੰਨਾ ਹੀ ਖਾਲੀ ਰੱਖੀ ਕਿ ਮੈਂ ਗੂੰਜ ਸਕਾਂਗਾ। ਆਪਣੇ ਆਪ ਨੂੰ ਇੰਨਾ ਖਾਲੀ ਰੱਖ ਬੈਠੀ ਕਿ ਮੈਂ ਗੂੰਜ ਸਕਾਂ, ਤੈਨੂੰ ਕੀ ਲੱਗਦਾ ਆਪਦੇ ਸੁੱਖ ਨੂੰ ਦੇਖਣ ਨਾਲ ਮੈਂ ਚਲਾ ਜਾਵਾਂਗਾ, ਆਪਦੇ ਜਜ਼ਬਾਤਾਂ ਨੂੰ ਡੁਬਾਉਣ ਨਾਲ ਮੈਂ ਡੁੱਬ ਜਾਵਾਂਗਾ। ਮੈਂ ਦੁੱਖ ਸਾਰਿਆਂ ਦੀ ਜ਼ਿੰਦਗੀ ਵਿੱਚ ਬੈਠਾ, ਸਾਰਿਆਂ ਨੂੰ ਸਿਖਾਉਂਦਾ, ਤੇਰਾ ਦੁਸ਼ਮਣ ਨਹੀਂ, ਤੇਰਾ ਦੋਸਤ ਬਣ ਸਕਦਾ, ਤੇਰਾ ਹਥਿਆਰ ਬਣ ਸਕਦਾ। ਇੱਕ ਮੇਰੇ ਤੋਂ ਸਿੱਖ ਕੇ ਤਾਂ ਦੇਖ, ਮੈਂ ਤੈਨੂੰ ਹੋਰ ਆਪਣੇ ਆਪ ਨੂੰ ਵਧੀਆ ਪਾਏਗਾ ਮੇਰੇ ਤੋਂ। ਮੈਂ ਦੁੱਖ ਤੇਰਾ ਦੋਸਤ ਹਾਂ। ਦੁੱਖ ਨੂੰ ਦੋਸਤ ਬਣਾ ਲੈਣਾ, ਫਿਰ ਕੀ ਹੋਇਆ ਜੇ ਕਠਿਨਾਈਆਂ ਆਈਆਂ ਨੇ ਜੀ, ਹੰਝੂਆਂ ਨੇ ਤਕਦੀਰਾਂ ਕਦ ਪਲਟਾਈਆਂ ਨੇ, ਠੋਕਰ ਨੂੰ ਠੋਕਰ ਜਿਨ੍ਹਾਂ ਨੇ ਮਾਰੀ ਹੈ, ਠੋਕਰਾਂ ਉਹਨਾਂ ਦੇ ਹੀ ਰਾਸ ਆਈਆਂ ਨੇ। ਜਿਨ੍ਹਾਂ ਨੇ ਠੋਕਰ ਨੂੰ ਠੋਕਰ ਮਾਰ ਦਿੱਤੀ ਨਾ, ਦੇਖੋ ਤੁਹਾਡੇ ਵਰਗੇ ਜਿਹੜੇ ਬੱਚੇ ਨੇ, ਜਿਹੜੇ ਅਜੇ ਮਤਲਬ ਉਸ ਪੜਾਅ ਦੇ ਵਿੱਚ ਨੇ ਜਦੋਂ ਖੂਨ ਵੀ ਗਰਮ ਹੁੰਦਾ, ਜਜ਼ਬਾ ਵੀ ਪੂਰਾ ਹੁੰਦਾ, ਔਰ ਇਸ ਵੇਲੇ ਇਹ ਵੀ ਹੈਗਾ ਆ ਵੀ ਕਲਮ ਵੀ ਚੱਕ ਲਈ ਆ ਅਤੇ ਬੁੱਧੀਜੀਵੀ ਵੀ ਬਣ ਗਏ ਆਪਾਂ, ਸਾਰਾ ਕੁਛ ਹੋ ਗਿਆ ਹੈ ਨਾ। ਧੱਕਿਆਂ ਦੀ ਹਿੱਕ ਉੱਤੇ ਧੱਕੇ ਨਾਲ ਜਦੋਂ ਜ਼ਿੰਦਾਬਾਦ ਲਿਖਣਾ ਹੋਵੇ ਨਾ, ਫਿਰ ਤੁਹਾਡੇ ਵਰਗੀ ਸ਼ਖਸੀਅਤ ਨੂੰ ਕੋਈ ਆ ਕੇ ਮਿਲ ਸਕਦਾ। ਅਤੇ ਮਨਸੀਰਤ ਸਿੰਘ ਗਿੱਲ ਹੋਰਾਂ ਦੀ ਜਦੋਂ ਅਸੀਂ ਦਿਨਚਰਿਆ ਦੀ ਗੱਲ ਕਰਦੇ ਹਾਂ, ਸ਼ੈਡਿਊਲ ਦੀ ਗੱਲ ਕਰਦੇ ਹਾਂ, ਜਿਹਨੂੰ ਆਪਾਂ ਸਕੈਜੂਅਲ ਕਹਿੰਦੇ ਹਾਂ, ਉਹ ਰੋਜ਼ ਦਾ ਕੀ ਹੁੰਦਾ ਆ? ਕਿਵੇਂ ਮੈਨੇਜ ਕਰਦੇ ਹਾਂ ਟਾਈਮ ਦੀ? ਵੀ ਪੜ੍ਹਾਈ ਵੀ ਕਰਨੀ ਆ ਅਤੇ ਪਰਿਵਾਰ ਦੇ ਵਿੱਚ ਬਹਿਣਾ ਵੀ ਆ, ਕੁਛ ਸਿੱਖਣਾ ਵੀ ਆ। ਹਰ ਚੀਜ਼ ਗੂਗਲ ਤੋਂ ਥੋੜ੍ਹੀ ਮਿਲਦੀ ਆ, ਕੁਛ ਚੀਜ਼ਾਂ ਮਾਪਿਆਂ ਦੀ ਸੰਗਤ ਨਾਲ ਵੀ ਮਿਲਦੀਆਂ, ਸੋ ਉਹ ਵੀ ਸਿੱਖਣਾ ਆ। ਕਿੱਦਾਂ ਇਹ ਸਾਰਾ ਕੁਛ ਮੈਨੇਜਮੈਂਟ ਹੁੰਦੀ ਹੈ? ਕੀ ਸਕੈਜੂਅਲ ਹੈ? ਮੈਂ ਹੁਣ ਜਿਵੇਂ ਕਵਿਤਾਵਾਂ ਲਿਖਦਾ ਅਤੇ ਮੈਂ ਹੁਣ +1 'ਚ ਪੜ੍ਹ ਰਿਹਾ, 11ਵੀਂ ਦੇ ਵਿੱਚ, ਅਤੇ ਇਹ ਸਾਰਾ ਮੈਨੇਜ ਹੋ ਜਾਂਦਾ ਹੈ। ਕਈ ਵਾਰੀ ਇੱਕ ਮੈਨੂੰ ਜਦੋਂ ਪੜ੍ਹਾਈ ਤੋਂ ਟਾਈਮ ਮਿਲ ਜਾਂਦਾ ਤਾਂ ਮੈਂ ਇਸ 'ਤੇ ਕਰ ਲੈਂਦਾ। ਕਈ ਵਾਰੀ ਮੈਨੂੰ ਹੁੰਦਾ ਕਿ ਇਸ ਟਾਈਮ ਮੈਂ ਕੁਛ ਖ਼ਤਮ ਕਰਨ ਲੱਗਾ ਹਾਂ, ਇਹ ਮੈਂ ਕਰਨਾ ਹੈ, ਤਾਂ ਉਹ ਪੜ੍ਹਾਈ ਥੋੜ੍ਹਾ ਜਿਹਾ ਸਾਈਡ ਹੋ ਜਾਂਦਾ। ਬਟ ਮੈਂ ਬਹੁਤ ਜਿਵੇਂ ਮੈਨੇਜ ਕੀਤਾ ਹੋਇਆ ਕਿ ਕਈ ਵਾਰੀ ਐਂ ਹੁੰਦਾ ਕਿ ਠੀਕ ਹੈ ਰਾਤ ਨੂੰ ਜ਼ਿਆਦਾ ਟਾਈਮ ਜਾਗ ਕੇ ਕਵਿਤਾਵਾਂ ਲਿਖ ਲਈਆਂ, ਬਟ ਕਈ ਵਾਰੀ ਐਂ ਹੁੰਦਾ ਕਿ ਜਲਦੀ ਸੋ ਗਏ ਸਵੇਰੇ, ਫਿਰ ਸਵੇਰੇ ਜਲਦੀ ਉੱਠ ਕੇ ਕਰ ਲਿਆ, ਕਿਉਂਕਿ ਉਦੋਂ ਫਿਰ ਮਾਈਂਡ ਵੀ ਫਰੈਸ਼ ਹੁੰਦਾ। ਤਾਂ ਫਿਰ ਜਿਹੜਾ ਦਿਮਾਗ ਦੀ ਉਵੇਂ ਸਥਿਤੀ ਚਾਹੀਦੀ ਹੁੰਦੀ ਜੀ, ਨੀਂਦ ਬਹੁਤ ਜ਼ਰੂਰੀ ਹੈ ਜੀ। ਉਹਦੇ ਨਾਲ ਹੀ ਅੱਗੇ ਮੈਨੂੰ ਕੰਮ ਅਗਲਾ ਦਿਨ ਮੈਂ ਕਰ ਸਕਦਾ ਸਹੀ, ਬਿਨਾਂ ਸੁੱਤੇ ਮੇਰੇ ਤੋਂ ਨਹੀਂ ਹੁੰਦਾ। ਅਤੇ ਫਿਰ ਉਸ ਤੋਂ ਬਾਅਦ ਮੇਰੇ ਟਿਊਸ਼ਨਸ ਹੁੰਦੀਆਂ ਨੇ, ਸਕੂਲ ਹੁੰਦਾ, ਸਕੂਲ ਵਾਲੇ ਵੀ ਮੈਨੂੰ ਜਿਵੇਂ ਸਪੋਰਟ ਕਰਦੇ ਨੇ ਇਹਨਾਂ ਚੀਜ਼ਾਂ ਬਾਰੇ, ਤਾਂ ਉਹ ਵੀ ਸਮਝਦੇ ਨੇ, ਪਰ ਮੈਨੂੰ ਅੰਦਰੋਂ ਐਂ ਹੁੰਦਾ ਕਿ ਉਹਨਾਂ ਦਾ ਕੰਮ ਵੀ ਹੋ ਜਾਏ ਅਤੇ ਇਹ ਵੀ ਮੈਂ ਮੈਨੇਜ ਕਰ ਲਾਂ। ਜਦੋਂ ਇਹ ਜਿਹੜੀ ਕਿਤਾਬ ਹੈ ਇਹ ਇੰਡੀਆ ਬੁੱਕ ਆਫ ਰੈਕਡਸ ਦੇ ਵਿੱਚ ਨੋਮੀਨੇਟ ਹੋਈ ਅਤੇ ਵਿਨ ਕੀਤਾ ਤੁਸੀਂ, ਉਸ ਤੋਂ ਬਾਅਦ ਵਿੱਚ ਜਿੱਤ ਕੇ ਇੱਕ ਖੁਸ਼ੀ ਹੋਈ, ਉਸ ਵੇਲੇ ਕਿੱਦਾਂ ਦੀ ਫੀਲਿੰਗ ਸੀ? ਉਸ ਵੇਲੇ ਮੈਂ ਬਹੁਤ ਜ਼ਿਆਦਾ ਖੁਸ਼ ਸੀ। ਜਿਵੇਂ ਮੈਂ ਪਹਿਲਾਂ ਦੱਸਿਆ ਕਿ ਮੈਂ ਆਪਣੇ ਦੋਸਤਾਂ ਨੂੰ ਕਵਿਤਾਵਾਂ ਪੜ੍ਹਾਉਂਦਾ ਸੀਗਾ, ਅਤੇ ਉਹਨਾਂ ਨੇ, ਮੈਂ ਰਾਤ ਦੇ 2 ਵਜੇ ਲਿਖ ਕੇ ਉਹਨਾਂ ਨੂੰ ਕਵਿਤਾਵਾਂ ਭੇਜਣੀਆਂ ਕਿ ਬਈ ਮੈਨੂੰ ਹੁਣੇ ਦੱਸੋ ਕਿਹੋ ਜਿਹੀ ਆ, ਅਤੇ ਉਹਨਾਂ ਨੇ ਪੜ੍ਹਨੀਆਂ। ਅਤੇ ਫਿਰ ਉਹ ਐਂ ਕਹਿੰਦੇ ਸੀਗੇ ਕਿ ਤੂੰ ਜੋ ਲਿਖਦਾ ਹੈ, ਤੂੰ ਆਪਣੇ ਵਾਸਤੇ ਤਾਂ ਲਿਖਦਾ ਹੈ, ਬਟ ਤੂੰ ਦੁਨੀਆ ਨੂੰ ਦਿਖਾ, ਕਿਉਂਕਿ ਇਹ ਇੱਕ ਵੱਖਰਾ ਨਜ਼ਰੀਆ। ਉਹ ਤੋਂ ਕਵਿਤਾਵਾਂ ਅੱਜ ਕੱਲ੍ਹ ਬਹੁਤ ਲੋਕ ਇੰਨੇ ਨਹੀਂ ਪੜ੍ਹਦੇ, ਤਾਂ ਉਹ ਤੂੰ ਦਿਖਾ, ਲੋਕਾਂ ਨਾਲ ਸ਼ੇਅਰ ਕਰ। ਅਤੇ ਫਿਰ ਇਸ ਕਰਕੇ ਮੈਂ ਹੁਣ ਪਬਲਿਸ਼ ਕੀਤੀ, ਅਤੇ ਹੁਣ ਉਹ ਐਂ ਚਲੀ ਗਈ। ਤਾਂ ਮੈਂ ਅਤੇ ਮੇਰੇ ਦੋਸਤ ਅਸੀਂ ਖੁਸ਼ ਹੁੰਦੇ ਹਾਂ ਕਿ ਕਿੱਥੇ ਅਸੀਂ ਪੜ੍ਹਦੇ ਸੀਗੇ, ਅਸੀਂ ਕਵਿਤਾਵਾਂ, ਇੱਥੇ ਲੋਕ ਸਾਨੂੰ ਪੜ੍ਹਦੇ ਹੁਣ, ਹੈ ਨਾ।
ਮੈਂ ਕਵਿਤਾਵਾਂ ਲਿਖਦਾ ਸੀ ਤੇ ਮੇਰੇ ਕਈ ਦੋਸਤਾਂ ਨੇ ਪੜ੍ਹ ਕੇ ਉਹਨਾਂ ਨੇ ਵੀ ਕਵਿਤਾਵਾਂ ਲਿਖਣੀਆਂ ਸ਼ੁਰੂ ਕਰਤੀਆਂ ਸੀ ਜੀ। ਤਾਂ ਅਸੀਂ ਆਪਸ 'ਚ ਐਵੇਂ ਕਵਿਤਾਵਾਂ ਇੱਕ ਦੂਜੇ ਨੂੰ ਭੇਜਦੇ ਰਹਿੰਦੇ ਸੀਗੇ ਤੇ ਅੱਜ ਹੁਣ ਉਹਨਾਂ 'ਚੋਂ ਇੱਕ ਮੇਰੀ ਬੁੱਕ ਹੈ ਉਹ ਇੱਧਰ ਪਹੁੰਚ ਗਈ ਤਾਂ ਬਹੁਤ ਖੁਸ਼ੀ ਹੁੰਦੀ ਹੈ। ਅੱਛਾ, ਦੋਸਤਾਂ ਤੋਂ ਇਲਾਵਾ ਹੋਰ ਕਿਸੇ ਦੀ ਸਪੋਰਟ ਰਹੀ ਹੈ? ਜੀ, ਮੇਰੇ ਸਕੂਲ ਤੇ ਮੇਰੇ ਟੀਚਰਸ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ। ਮੈਂ 10th ਜਿਵੇਂ ਮੇਰੀ 10ਵੀਂ ਤੱਕ ਕਨਵੈਂਟ 'ਚ ਕੀਤਾ, ਉਦੋਂ ਮੈਂ 2 ਸਾਲ ਤੱਕ ਕਵਿਤਾਵਾਂ ਲਿਖਦਾ ਸੀ ਤੇ ਉਦੋਂ ਮੇਰੀ ਕਵਿਤਾ ਹੁਣ ਤਾਂ ਮੈਂ ਦੇਖਦਾ ਪਿੱਛੇ ਕਿ ਇੰਨੀ ਵਧੀਆ ਨਹੀਂ ਹੁੰਦੀ ਸੀ, ਬਟ ਉਹ ਟੀਚਰਸ ਨੇ ਜੋ ਪੜ੍ਹ ਕੇ ਮੈਨੂੰ ਮੇਰੀਆਂ ਗਲਤੀਆਂ ਦੱਸ ਕੇ ਜੋ ਮੈਨੂੰ ਸਪੋਰਟ ਦਿੱਤੀ, ਜੋ ਮੈਨੂੰ ਸਿਖਾਇਆ, ਉਹਦੇ ਨਾਲ ਮੈਂ ਹੁਣ ਅੱਗੇ ਇਹ ਕਿਤਾਬ ਲਿਖੀ। ਫਿਰ ਹੁਣ ਮੈਂ ਜੋ ਮੇਰੇ ਸਕੂਲ GTB ਵਿੱਚ ਹਾਂ +1 ਦੇ ਵਿੱਚ, ਫਿਰ ਉੱਥੇ ਹੁਣ ਮੇਰੇ ਟੀਚਰਸ ਨੇ ਉਹ ਮੈਨੂੰ ਰੋਜ਼ ਮੇਰੀਆਂ ਕਵਿਤਾਵਾਂ ਪੜ੍ਹਦੇ ਨੇ, ਮੇਰੀ ਬੁੱਕ ਬਾਰੇ ਗੱਲਾਂ ਕਰਦੇ ਨੇ ਤੇ ਟੀਚਰਸ ਹੁਣ ਜਿਵੇਂ ਕੋਈ ਫੰਕਸ਼ਨ ਹੁੰਦਾ ਤਾਂ ਮੈਨੂੰ ਇਹ ਦੱਸਿਆ ਜਾਂਦਾ ਕਿ ਇਸ ਤੂੰ ਕਵਿਤਾਵਾਂ ਲਿਖ ਸਕਦਾ, ਤਾਂ ਬਹੁਤ ਸਪੋਰਟ ਹੈ। ਇੱਕ ਨਾ ਅਸੀਂ ਫੋਟੋ ਦੇਖੀ ਸਕਰੀਨ ਦੇ ਉੱਤੇ ਤੇ ਆਸ ਹੈ ਵੀ ਹੁਣ ਫੇਰ ਦੁਬਾਰਾ ਉਹ ਫੋਟੋ ਜਿਹੜੀ ਹੈ ਨਾ ਉਹ ਆਊਗੀ ਤੇ ਫਿਰ ਆਪਾਂ ਜ਼ਰੂਰ ਦੇਖਾਂਗੇ ਤੇ ਉਹਦੇ ਬਾਰੇ ਜ਼ਰੂਰ ਦੱਸਣਾ। ਆ ਦੇਖੋ ਫੋਟੋ ਇੱਕ ਹੈ ਨਾ, ਇਹਦੇ ਵਿੱਚ ਮੇਰਾ ਖਿਆਲ ਸਕੂਲ ਦਾ ਸਟਾਫ ਹੈ ਜੀ, ਮੇਰੇ ਪ੍ਰਿੰਸੀਪਲ ਤੇ ਮੇਰੇ ਟੀਚਰ GTB ਸਕੂਲ ਤੋਂ ਨੇ ਜੀ, ਔਰ ਪਿਆਰ ਦਿੰਦੇ ਆ, ਹੱਲਾਸ਼ੇਰੀ ਦਿੰਦੇ ਆ ਬਹੁਤ। ਉਹਨਾਂ ਨੇ ਹੁਣੇ ਕੋਈ ਵੀ ਸਾਡੇ ਸਕੂਲ ਫੰਕਸ਼ਨ ਹੁੰਦਾ ਤਾਂ ਮੇਰੇ ਪ੍ਰਿੰਸੀਪਲ ਜਾਂ ਮੇਰੇ ਟੀਚਰਸ ਕਹਿੰਦੇ ਨੇ ਕਿ ਤੂੰ ਇਸ 'ਤੇ ਕੁਛ ਲਿਖ ਸਕਦਾ ਹੈ, ਇਸ 'ਤੇ ਕੁਛ ਕਰ ਸਕਦਾ ਹੈ। ਮਤਲਬ ਮੈਨੂੰ ਜੋ ਉਹਨਾਂ ਨੇ ਆਪ ਇੱਕ ਪਲੇਟਫਾਰਮ ਦਿੱਤਾ ਹੋਇਆ ਜਿਸ 'ਤੇ ਮੈਂ ਹੋਰ ਜਾ ਕੇ ਸਿੱਖ ਸਕਦਾ, ਕਰ ਸਕਦਾ, ਸਮਝ ਸਕਦਾ। ਅੱਛਾ, ਇਸ ਤੋਂ ਇਲਾਵਾ ਲਿਖਣੀ ਤੋਂ ਇਲਾਵਾ ਹੋਰ ਕਿਹੜੇ ਸ਼ੌਕ ਹੈਗੇ ਆ ਮਨਸੀਤ ਨੂੰ, ਜਿਹੜੇ ਜਿਵੇਂ ਕਈ ਬੱਚਿਆਂ ਨੂੰ ਹੁੰਦਾ ਹੈ ਵੀ ਚਲੋ ਹੋਰ ਨਹੀਂ ਤਾਂ ਬਾਹਰ ਘੁੰਮ ਫਿਰ ਹੀ ਆਓ ਜੀ, ਟੂਰ ਕੱਢਿਓ ਕੋ ਕਿਤੇ ਮਾੜਾ ਮੋਟਾ ਬੰਦਾ, ਮੈਂ ਜਿਵੇਂ ਲਿਖਦਾ ਸਾਈਕਲ ਲੈ ਕੇ ਪਿੰਡ 'ਚ ਹੀ ਗੇੜਾ ਮਾਰਿਆ ਹੁੰਦਾ ਸ਼ਹਿਰ 'ਚ ਮੈਂ ਜਿਵੇਂ ਲਿਖਦਾ ਆ ਕਵਿਤਾ ਹੋ ਗਈ, ਮੈਂ ਕਹਾਣੀਆਂ ਵੀ ਲਿਖਦਾ, ਮੇਰੇ ਦੋਸਤਾਂ ਨਾਲ ਅਸੀਂ ਸ਼ੇਅਰ ਕਰਦੇ ਹਾਂ। ਐਂਡ ਉਸ ਤੋਂ ਬਾਅਦ ਮੈਂ ਗਿਟਾਰ ਸਿੱਖ ਰਿਹਾ ਤੇ ਮੈਨੂੰ ਸੰਗੀਤ ਦਾ ਸ਼ੌਂਕ ਹੈਗਾ ਤੇ ਹੋਰ ਵੀ ਮੈਨੂੰ ਅੰਦਰੋਂ ਐਂ ਹੁੰਦਾ ਕਿ ਮੈਂ ਜੋ ਮੈਨੂੰ ਸਿੱਖਣ ਨੂੰ ਮਿਲੇ ਉਸ ਕੁਛ ਵੀ ਮਾੜਾ ਨਹੀਂ ਗਾ, ਤੁਹਾਨੂੰ ਸਿੱਖਣਾ ਚਾਹੀਦਾ ਹੈ। ਬਿਲਕੁਲ, ਕਦੇ ਵੀ ਆਪਾਂ ਹਮੇਸ਼ਾ ਐਂ ਸੋਚਦੇ ਹਾਂ ਜਿਵੇਂ ਕਵਿਤਾਵਾਂ, ਮੈਂ ਬਹੁਤ ਸੁਣਿਆ ਕਿ ਸਾਨੂੰ ਕਵਿਤਾਵਾਂ ਪਸੰਦ ਨਹੀਂ ਜਾਂ ਕੁਛ ਵੀ ਨਵਾਂ ਸਿੱਖਣ ਨੂੰ ਕਿ ਆਪਾਂ ਆਹ ਕਰਕੇ ਵੇਖਦੇ ਹਾਂ ਕੀ ਪਤਾ ਕੀ ਹੁੰਦਾ। ਜ਼ਿੰਦਗੀ ਵਿੱਚ ਬਹੁਤ ਕੁਛ ਹੈ ਜਿੱਥੋਂ ਆਪਾਂ ਸਿੱਖ ਸਕਦੇ ਹਾਂ, ਕੀ ਕੁਛ ਕਰ ਸਕਦੇ ਹਾਂ, ਅਤੇ ਮੈਨੂੰ ਅੰਦਰੋਂ ਐਂ ਹੁੰਦਾ ਕਿ ਬਸ ਮੈਨੂੰ ਜੋ ਵੀ ਸਿੱਖਣ ਨੂੰ ਮਿਲੇ ਮੈਂ ਸਿੱਖਣ ਲਵਾਂ। ਮਤਲਬ ਸਾਰੇ ਮਸਲੇ ਜੇ ਹੱਲ ਕਰਨੇ ਆ ਤਾਂ ਜ਼ਿੰਦਗੀ ਦੇ ਕੋਲੋਂ ਕੁਛ ਨਾ ਕੁਛ ਸਾਨੂੰ ਸਿੱਖਦੇ ਰਹਿਣਾ ਚਾਹੀਦਾ ਜੀ। ਅਤੇ ਹੁਣ ਨਾ ਤੁਹਾਡੇ ਕੋਲੋਂ ਸਾਡੇ ਜਿਹੜੇ ਦਰਸ਼ਕ ਆ, ਆਉਣ ਵਾਲੀ ਪੀੜ੍ਹੀ ਹੈ ਜਾਂ ਫਿਰ ਜਿਹੜੇ ਬੱਚੇ ਦੇਖ ਰਹੇ ਨੇ ਉਹ ਵੀ ਸਿੱਖਣਾ ਚਾਹੁੰਦੇ ਆ। ਅਸੀਂ ਇਸੇ ਕਰਕੇ ਮਤਲਬ ਇਹ ਪਲਾਨ ਕੀਤਾ ਵੀ ਇੱਕ ਜਿਹੜੀ ਹੈ ਨਾ ਕਵਿਤਾ ਉਹ ਹੋਰ ਸੁਣ ਲਈ ਜਾਵੇ ਪੰਜਾਬੀ ਦੇ ਵਿੱਚ, ਤਾਂ ਕਿ ਜਿਹੜੇ ਨਾ ਆਉਣ ਵਾਲੀ ਪੀੜ੍ਹੀ ਆ ਜਾਂ ਫਿਰ ਬੱਚੇ ਤੁਹਾਨੂੰ ਦੇਖ ਰਹੇ ਆ ਉਹ ਵੀ ਕਲਮ ਚੱਕਣ, ਉਹ ਵੀ ਕੁਛ ਨਾ ਕੁਛ ਲਿਖਣ। ਹੋ ਸਕਦਾ ਉਹਨਾਂ ਦੇ ਮਨ ਦੇ ਵਿੱਚ ਵਧੀਆ ਵਿਚਾਰ ਹੋਣ ਤੁਹਾਡੇ ਵਾਂਗੂ, ਹੈ ਨਾ। ਸੋ ਇੱਕ ਕਵਿਤਾ ਹੋ ਜਾਏ। ਇੱਕ ਕਵਿਤਾ ਪੰਜਾਬੀ ਦੇ ਵਿੱਚ ਹੈ। ਰਾਤ ਬੈਠ ਚੰਨ ਥੱਲੇ, ਮੈਂ ਸੋਚਾਂ ਮੈਂ ਕਿੰਨੀ ਦੂਰ ਆ ਗਿਆ, ਕਿੰਨੀ ਦੂਰ ਮੈਂ ਜਾਣਾ ਜੀ। ਮੈਂ ਸੋਚਾਂ ਕਿਵੇਂ ਮੇਰਾ ਉਹ ਬਚਪਨ ਹੱਸਦੇ ਹੱਸਦੇ ਇਤਿਹਾਸ ਬਣ ਗਿਆ। ਮੈਂ ਸੋਚਦਾ ਕਿਵੇਂ ਉਹ ਲੋਕ ਜੋ ਵਾਅਦੇ ਭਰਦੇ ਸੀ ਉਹ ਵਕਤ ਵਾਂਗ ਵੀ ਕਿਤੇ ਤੁਰ ਕੇ ਚਲੇ ਗਏ। ਮੈਂ ਸਭ ਕੁਛ ਮੇਰਾ ਜਾ ਰਿਹਾ ਤੁਰ ਕੇ ਵਕਤ ਵਾਂਗ। ਮੈਂ ਸੋਚਦਾ ਕਿ ਮੈਂ ਇਸੇ ਸਮੇਂ ਮਿਹਨਤ ਕਰ ਲਾਂ, ਕੀ ਪਤਾ ਮੈਂ ਕਦੋਂ ਤੁਰ ਚਲਾ ਜਾਵਾਂ। ਬੜੀ ਡੂੰਘੀ ਗੱਲ ਛੋਟੇ ਜਿਹੇ ਲਫ਼ਜ਼ਾਂ ਦੇ ਵਿੱਚ ਕਹਿ ਦੇਣੀ, ਹੈ ਨਾ। ਇਹ ਹੁਨਰ, ਇਹ ਕਲਾ, ਇਹ ਸਿੱਖੀ ਕਿੱਥੋਂ ਭਲਾ? ਇਹ ਬਹੁਤ ਲਿਖ ਕੇ ਪੜ੍ਹ ਕੇ ਇਹਨਾਂ ਚੀਜ਼ਾਂ ਦੀ ਸ਼ੁਰੂਆਤ 'ਚ ਤਾਂ ਨਹੀਂ ਹੁੰਦਾ ਕੁਛ ਵੀ ਵਧੀਆ, ਆਪਾਂ ਵੀ ਸਮਝਦੇ ਹਾਂ, ਬਟ ਮੈਂ ਕਰੀ ਗਿਆ ਜੋ ਮੈਨੂੰ ਸਪੋਰਟ ਮਿਲੀ ਕਰਕੇ ਹੁਣ ਇੱਥੋਂ ਤੱਕ ਮੈਂ ਪਹੁੰਚਿਆ। ਮੈਂ ਸਾਲਾਂ ਤੋਂ ਜਿਵੇਂ ਲਿਖਦਾ ਆ ਰਿਹਾ, ਮੈਨੂੰ ਕੁਛ ਨਵਾਂ ਸਿੱਖਦਾ ਹੈ। ਜਿਵੇਂ ਮੈਂ ਦੱਸਿਆ ਕਿ ਕੁਛ ਲਿਖ ਕੇ ਇਸ ਤੋਂ ਮੈਂ ਹੁਣ ਅੱਗੇ ਕੁਛ ਲੈ ਕੇ ਜਾਵਾਂਗਾ ਆਪਣੀ ਅਗਲੀ ਕਵਿਤਾ ਵਾਸਤੇ। ਮੈਨੂੰ ਜਿਵੇਂ ਹੁਣ ਮੈਂ ਦੱਸਿਆ ਸੀਗਾ ਕਿ ਮੈਂ ਲਿਖਦਾ ਬਟ ਮੈਂ ਸਫ਼ਰ ਵੀ ਕਰਦਾ ਜਿਵੇਂ, ਤਾਂ ਮੈਨੂੰ ਕੁਛ ਵੀ ਉੱਥੋਂ ਵੇਖਣ ਨੂੰ ਮਿਲਦਾ ਆਸ-ਪਾਸ, ਮੈਂ ਸਭ ਜੋੜਦਾ। ਵੱਡੇ ਸਮੁੰਦਰ ਦੀ ਤਰ੍ਹਾਂ ਇੱਕ ਸ਼ਾਂਤ ਰਹਿਣਾ, ਕਵਿਤਾ ਸੁਣਾਉਣ ਲੱਗੇ ਉਸ ਕਵਿਤਾ ਦੇ ਸਵਾਦ ਨੂੰ ਮਾਨਣਾ, ਉਸ ਸਵਾਦ ਉਸ ਵੇਗ ਦੇ ਵਿੱਚ ਵਹਿ ਜਾਣਾ। ਫਿਰ ਜਿੱਥੇ ਪੌਜ਼ ਲੱਗਦੇ ਆ, ਜਿੱਥੇ ਖੜ੍ਹੇ ਹੋਣਾ ਆ, ਜਿੱਥੇ ਥੋੜ੍ਹਾ ਜਿਹਾ ਰੋਕਣਾ, ਉੱਥੇ ਰੋਕ ਕੇ ਆਪਣੀ ਗੱਲ ਦਾ ਵਜ਼ਨ ਵਧਾ ਦੇਣਾ। ਇਹ ਸਾਰੇ ਤੋਲ ਤੁਕਾਂਤ ਹੁੰਦੇ ਨੇ ਔਰ ਤੁਸੀਂ ਛੋਟੀ ਉਮਰ ਦੇ ਵਿੱਚ ਸਾਰੇ ਸਿੱਖ ਲਏ ਔਰ ਆਸ ਹੈ ਕਿ ਤੁਸੀਂ ਸਿੱਖਦੇ ਵੀ ਰਹੋਗੇ। ਆਉਣ ਵਾਲੇ ਸਮੇਂ ਦੇ ਕੀ ਪਲਾਨ ਹੈ? ਆਉਣ ਵਾਲੇ ਸਮੇਂ ਦੇ ਜਿਵੇਂ ਮੈਂ ਦੱਸਿਆ ਕਿ ਮੈਂ ਕਵਿਤਾਵਾਂ ਲਿਖਦਾ, ਪਰ ਮੈਂ ਕਹਾਣੀਆਂ ਵੀ ਲਿਖਦਾ। ਮੈਂ ਜੋ ਕੁਛ ਵੀ ਸਿੱਖ ਰਿਹਾ ਮੈਂ ਚਾਹੁੰਦਾ ਕਿ ਮੈਂ ਹੋਰ ਦੂਜਿਆਂ ਨਾਲ ਸ਼ੇਅਰ ਕਰਾਂ, ਭਾਵੇਂ ਕਵਿਤਾਵਾਂ ਕਹਾਣੀਆਂ ਹੋਣੀਆਂ ਕੁਛ ਵੀ ਹੋਵੇ। ਮੈਂ
ਹੁਣੇ ਫਿਲਹਾਲ ਆਪਣੀ ਇੱਕ ਹੋਰ ਕਵਿਤਾ ਵਾਲੀ ਕਿਤਾਬ 'ਤੇ ਕੰਮ ਕਰ ਰਿਹਾ ਅਤੇ ਉਮੀਦ ਹੈ ਕਿ ਉਹ ਹੋਰ ਵੱਡੀ ਹੋ ਕੇ ਲੋਕ ਮਤਲਬ ਜ਼ਿਆਦਾ ਉਹਨੂੰ ਪੜ੍ਹਨਗੇ, ਸਮਝਣਗੇ, ਕਿਉਂਕਿ ਜਿਵੇਂ ਜਿਵੇਂ ਮੈਂ ਸਿੱਖ ਰਿਹਾ ਤਾਂ ਅੱਗੇ ਅੱਗੇ ਮੈਂ ਉਵੇਂ ਜੋੜਦਾ ਜਾ ਰਿਹਾ। ਇਹ ਕਿਤਾਬ ਜਿਵੇਂ ਮੈਂ ਲਿਖੀ, ਮੈਂ ਸ਼ੁਰੂਆਤ ਕੀਤੀ ਸੀ ਆਪਣੇ ਵਾਸਤੇ ਅਤੇ ਬਟ ਹੌਲੀ ਹੌਲੀ ਮੈਨੂੰ ਮਹਿਸੂਸ ਹੋਇਆ ਕਿ ਇਹ ਦੂਜਿਆਂ ਨਾਲ ਵੀ ਸ਼ੇਅਰ ਕੀਤੀ ਜਾਵੇ ਤਾਂ ਕਿ ਹੋਰ ਵੀ ਕੁਛ ਉਹ ਸਿੱਖ ਸਕਣ, ਜਾਂ ਮੈਂ ਜੋ ਸੋਚਦਾ ਉਹ ਮੈਂ ਸਮਝਾ ਸਕਾਂ ਦੂਜਿਆਂ ਨੂੰ ਵੀ। ਅਤੇ ਜਿਵੇਂ ਹੁਣ ਮੈਂ ਆਹ ਲਿਖਿਆ ਹੈ ਤਾਂ ਮੈਂ ਇੱਕ ਹੋਰ ਕਿਤਾਬ ਹੋ ਗਈ, ਹੋਰ ਮੈਂ ਇੱਕ ਕਹਾਣੀ 'ਤੇ ਕੰਮ ਕਰ ਰਿਹਾ। ਸ਼ੁਰੂਆਤ ਤਾਂ ਆਪਣੇ ਆਪ ਤੋਂ ਹੁੰਦੀ ਹੈ ਅਤੇ ਮੈਂ ਬਸ ਉਹ ਸ਼ੁਰੂ ਕੀਤਾ ਹੋਇਆ। ਅਤੇ ਜਿਸ ਵਕਤ ਮੈਨੂੰ ਐਂ ਲੱਗੂਗਾ ਕਿ ਮੈਂ ਜੋ ਕਰਨਾ ਸੀਗਾ, ਮੇਰਾ ਕੰਮ ਲਿਖਣਾ ਸੀਗਾ, ਮੈਂ ਲਿਖਤਾ ਹੁਣੇ ਲੋਕਾਂ ਵਾਸਤੇ ਹੈ ਅਤੇ ਮੈਂ ਇਹਨਾਂ ਨੂੰ ਦੇ ਸਕਦਾ ਅਤੇ ਪੜ੍ਹ ਸਕਦੇ ਨੇ। ਪਰ ਮੇਰੀ ਉਮੀਦ ਹੈ ਕਿ ਲੋਕ, ਮੈਂ ਜੋ ਕਰਦਾ ਮੈਨੂੰ ਉਵੇਂ ਸਪੋਰਟ ਮਿਲੂਗੀ, ਲੋਕ ਪੜ੍ਹਨਗੇ ਅਤੇ ਮੈਨੂੰ ਅੱਗੋਂ ਮਿਲਣਗੇ ਅਤੇ ਮੈਨੂੰ ਦੱਸਣਗੇ ਕਿ ਉਹਨਾਂ ਨੇ ਆਹ ਪੜ੍ਹਿਆ ਮੇਰੇ ਕਿਸੇ ਵੀ ਕਿਤਾਬ ਜਾਂ ਕਿਤੋਂ ਵੀ, ਅਤੇ ਮੈਨੂੰ ਉਸ ਬਾਰੇ ਗੱਲ ਕਰਨ ਦਾ ਮੌਕਾ ਮਿਲੇ। ਦੇਖੋ, ਤੁਸੀਂ ਕਿਤਾਬ ਲਿਖ ਦਿੱਤੀ, ਉਸ ਤੋਂ ਬਾਅਦ ਵਿੱਚ ਹੌਲੀ ਹੌਲੀ ਦੂਜੀ ਕਿਤਾਬ ਆਏਗੀ, ਫਿਰ ਤੀਜੀ ਆਏਗੀ, ਫਿਰ 100 ਆਉਣਗੀਆਂ, ਫਿਰ 1000 ਆਉਣਗੀਆਂ, ਹੈ ਨਾ। ਲੋਕਾਂ ਦੇ ਵਿੱਚ ਇੱਕ ਜਾਗਰਤੀ ਪੈਦਾ ਕਰਨ ਵਾਸਤੇ ਕਲਮ ਨੂੰ ਚੁੱਕਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ। ਸੋ ਕਲਮ ਜਿਹੜੀ ਚੁੱਕ ਹੀ ਲੈਣੀ ਹੈ ਨਾ, ਕਿ ਹੁਣ ਮੈਂ ਤੈਨੂੰ ਕਹਿੰਦੇ ਹੁੰਦੇ ਆ ਵੀ ਕਿਸੇ ਕੰਮ ਕਰਨ ਦੇ ਬਾਰੇ ਸੋਚਣਾ ਹੀ ਉਸ ਕੰਮ ਕਰਨ ਨੂੰ ਅੱਧਾ ਕਰਨ ਦੇ ਬਰਾਬਰ ਹੋ ਜਾਂਦਾ ਜੀ। ਸੋ ਆਪਾਂ ਜਿਸ ਕੰਮ ਦੇ ਜਿਸ ਮਕਸਦ ਵਾਸਤੇ ਇੱਥੇ ਬੈਠੇ ਹਾਂ, ਉਸ ਮਕਸਦ ਦਾ ਇੱਕ ਹੋਰ ਮਕਸਦ ਹੈ ਵਿਚਲਾ ਕਿ ਆਪਾਂ ਇੱਕ ਹੋਰ ਕਵਿਤਾ ਸੁਣਨੀ ਆ, ਪਰ ਉਹ ਸੁਣਨੀ ਇੰਗਲਿਸ਼ ਦੇ ਵਿੱਚ ਹੁਣ ਤੁਹਾਡੇ ਕੋਲੋਂ, ਕਿਉਂਕਿ ਮਾਧਿਅਮ ਭਾਵੇਂ ਕੋਈ ਵੀ ਹੋਵੇ, ਕੋਈ ਵੀ ਲੈਂਗੁਏਜ ਹੋਵੇ, ਉਹਦੇ ਵਿੱਚ ਜਿਹੜਾ ਵਿਚਾਰਾਂ ਦਾ ਤੁਹਾਡਾ ਪ੍ਰਵੇਗ ਆ, ਜਿਹੜਾ ਵੇਗ ਹੈ, ਉਹ ਟੁੱਟਣਾ ਨਹੀਂ ਚਾਹੀਦਾ ਜੀ। ਗੱਲ ਜਿਹੜੀ ਕਹਿਣੀ ਹੈ ਨਾ, ਸਿੱਧੇ ਸਾਧੇ ਢੰਗ ਨਾਲ ਆਖੀ ਤੇ ਭਾਵੇਂ ਰਮਜ਼ ਹੋਵੇ ਬਾਰੀਕ, ਇੱਥੇ ਕੋਈ ਕਿਸੇ ਤੋਂ ਘੱਟ ਨਹੀਂ, ਸਾਰੇ ਇੱਕ ਤੋਂ ਇੱਕ ਵਧੀਕ, ਹੈ ਨਾ। ਸੋ ਇੱਕ ਕਵਿਤਾ ਤੁਹਾਡੀ ਕਿਤਾਬ ਦ ਬਲੂ ਪ੍ਰਿੰਟ ਆਫ ਮਾਈ ਮਾਈਂਡ, ਹੈ ਨਾ ਜੀ। ਅਤੇ ਮੈਨੂੰ ਵੈਸੇ ਨਾ ਇਸ ਕਿਤਾਬ ਵੱਲਾਂ ਦੇਖ ਕੇ ਐਕਸਪੈਰੀਮੈਂਟਸ ਵਿਦ ਦਾ ਟਰੁੱਥ ਨਾ, ਅਤੇ ਮਾਈ ਐਕਸਪੈਰੀਮੈਂਟਸ ਜਿਹੜੇ ਹੈਗੇ ਆ ਉਹ ਚੇਤੇ ਆ ਜਾਂਦੀ ਆ। ਮੈਂ ਗਾਂਧੀ ਜੀ ਦੀ ਗੱਲ ਕਰਦਾ, ਹੈ ਨਾ। ਸੋ ਕਿਤਾਬਾਂ ਦਾ ਝਲਕਾਰਾ ਪੈਂਦਾ, ਛੋਟੀਆਂ ਛੋਟੀਆਂ ਕਿਤਾਬਾਂ ਜਦੋਂ ਸਪਰਸ਼ ਕਰਦੇ ਹਾਂ ਅਤੇ ਕਦੀ ਮਾਂ ਦੀ ਯਾਦ ਆਉਂਦੀ ਹੈ ਜੀ, ਹੈ ਨਾ, ਕਦੀ ਇਹ ਮਾਵਾਂ ਵਰਗੀ ਲੱਗਦੀ, ਕਦੀ ਭੈਣਾਂ ਵਰਗੀ ਲੱਗਦੀ ਹੈ, ਕਦੀ ਆਪਣੀ ਜ਼ਿੰਦਗੀ ਵਰਗੀ ਲੱਗਦੀ, ਹੈ ਨਾ। ਸੋ ਇੱਕ ਕਵਿਤਾ ਹੁਣ ਜੀ, ਮੈਂ ਇਸ ਵਿੱਚ ਜੋ ਆਖਰੀ ਹੈ ਕਵਿਤਾ ਜੀ, ਮੈਂ ਉਹ ਬੋਲਣਾ ਚਾਹਾਂਗਾ। ਇਸ ਦਾ ਨਾਮ ਹੈ ਅ ਹਾਰਟ ਆਫ ਐਵਰੀਥਿੰਗ ਜੀ। Took you time to realize the future holds what you give it to. You are the one to write the end of the line and make it all come true. No matter what you were, you don't have to stay the same. But don't tell me that you don't want to heal and you don't want to feel that again. Don't live without a heart. Let it rise stronger. When it fall apart, a heart that breaks into million pieces and then build back all its bridges. With time and facing the troubles, you will be ready and life will resume. All the fields will wilt. All the epiphanies will bloom. Let the cold cadaver come back to life. Leave that cold and step into the spring. They are all phases, not life. Have a heart for everything. वाह, क्या बात है, दिल दी गल है जी। तुम कमाल करते हो, हमारी धड़कनों का इस्तेमाल करते हो, है ना। देखो, ਜਦੋਂ ਦਿਲ ਦੀ ਗੱਲ ਹੁੰਦੀ ਹੈ ਨਾ ਤੇ ਦਿਲ ਤੋਂ ਲਿਖਿਆ ਜਾਂਦਾ ਹੈ ਨਾ, ਇੱਕ ਚੇਟਕ ਲੱਗਦੀ ਆ। ਜਿੰਨੇ ਤੁਸੀਂ ਨਾਮ ਲਏ ਨੇ, ਮਾਤਾ ਪਿਤਾ, ਭੈਣ ਭਰਾ, ਦੋਸਤ ਮਿੱਤਰ, ਉਸ ਤੋਂ ਇਲਾਵਾ ਬੰਦੇ ਦੀ ਆਪਣੀ ਚੇਤਨਾ ਹੁੰਦੀ ਹੈ, ਆਪਣਾ ਇੱਕ ਕੌਨਸ਼ੀਅਸ ਮਾਈਂਡ ਹੁੰਦਾ ਜਿਹਦੇ ਰਾਹੀਂ ਉਹ ਲਿਖਣ ਦੀ ਕੋਸ਼ਿਸ਼ ਕਰਦਾ। ਸੋ ਜਿਹੜੇ ਹੋਰ ਲਿਖਣਾ ਚਾਹੁੰਦੇ ਨੇ ਉਹਨਾਂ ਨੂੰ ਕੋਈ ਟਿਪਸ ਦੇਣਾ ਚਾਹੁੰਦੇ ਤੁਸੀਂ? ਟਿਪਸ ਵਾਸਤੇ ਮੈਂ ਇਹ ਕਹਿ ਸਕਦਾ ਕਿ ਇੱਕ ਹੁੰਦਾ ਰੋਜ਼ ਲਿਖਣਾ, ਕਿ ਸਮਝਿਆ ਜਾ ਸਕਦਾ ਕਿ ਆਪਣਾ ਕਦੇ ਕਦੇ ਨਹੀਂ ਰੋਜ਼ ਲਿਖਿਆ ਜਾ ਸਕਦਾ, ਪਰ ਇੱਕ ਰੋਜ਼ ਲਿਖਣ ਦੀ ਜੇ ਤੁਸੀਂ ਆਪਣੀ ਆਦਤ ਬਣਾਉਂਦੇ ਹੋ ਤਾਂ ਇਹ ਬਹੁਤ ਕੰਮ ਆਉਂਦੀ ਹੈ। ਕਈਆਂ ਨੂੰ ਐਂ ਲੱਗਦਾ ਕਿ 2 ਦਿਨ ਨਹੀਂ ਲਿਖਿਆ ਤਾਂ ਕੀ ਹੋ ਜਾਊਗਾ, ਹੁਣ ਅਸੀਂ ਬਿਜ਼ੀ ਹਾਂ, ਬਟ ਸ਼ੁਰੂਆਤ ਪਰ ਨਾ ਲਿਖੋ, ਚਲੋ 2 ਦਿਨ, ਬਟ ਇਹ ਸੋਚ ਨਹੀਂ ਹੋਣੀ ਚਾਹੀਦੀ। ਜ਼ਰੂਰ ਸਮਝਣਾ ਚਾਹੀਦਾ ਤੁਸੀਂ ਕੁਛ ਵੀ ਲਿਖਦੇ ਹੋ, ਭਾਵੇਂ ਉਹ ਨਹੀਂ ਵਧੀਆ ਲਿਖਿਆ ਜਾਂਦਾ ਤੁਹਾਡੇ ਤੋਂ, ਉਹ ਜ਼ਰੂਰ ਤੁਹਾਡੇ ਅੱਗੇ ਜਾ ਕੇ ਕੰਮ ਆਉਂਦਾ। ਇਹ ਮੈਂ ਜਿਵੇਂ ਦੱਸਿਆ ਸੀ, ਮੈਂ ਹੋਰ ਵੀ ਲੋਕਾਂ ਬਾਰੇ ਪੜ੍ਹਦਾ ਅਤੇ ਸਮਝਦਾ। ਤਾਂ ਇੱਕ ਬੰਦੇ ਨੇ ਐਡ ਸ਼ੀਰਨ, ਉਹਨਾਂ ਨੇ ਉਹਦੇ ਵਿੱਚ ਮੈਂ ਸੁਣਿਆ ਸੀਗਾ, ਉਹਨਾਂ ਨੇ ਦੱਸਿਆ ਸੀ ਕਿ ਸ਼ੁਰੂਆਤ ਦੇ ਵਿੱਚ ਜਿਹੜੀ ਟੂਟੀ ਹੁੰਦੀ ਉਸ 'ਚ ਪਾਣੀ ਆਪਾਂ ਆਉਂਦੇ ਹਾਂ, ਪਹਿਲਾਂ ਗੰਦਾ ਪਾਣੀ ਆਉਂਦਾ, ਬਟ ਉਹਨੂੰ ਵਹਿ ਦੇਣਾ ਚਾਹੀਦਾ, ਉਹਨੂੰ ਆਉਣ ਦਿਓ,
ਫਿਰ ਉਸ ਤੋਂ ਬਾਅਦ ਹੀ ਸਾਫ਼ ਪਾਣੀ ਆਊਗਾ। ਬਿਲਕੁਲ ਉਵੇਂ ਲਿਖਣਾ ਮੈਂ ਸ਼ੁਰੂਆਤ ਕੀਤਾ, ਉਵੇਂ ਰੋਜ਼ ਲਿਖਣਾ ਹੋ ਗਿਆ। ਉਸ ਤੋਂ ਬਾਅਦ ਦੂਜੇ ਆਪਣੇ ਦੋਸਤਾਂ ਨੂੰ ਪੁੱਛਣਾ, ਦੂਜਿਆਂ ਦਾ ਵੀ ਸੋਚਣਾ ਕਿ ਉਹਨਾਂ ਨੂੰ ਕੀ ਲੱਗਦਾ ਇਸ ਬਾਰੇ, ਕਿਉਂਕਿ ਤੁਸੀਂ ਸਾਰਾ ਟਾਈਮ ਆਪਣੇ ਅੰਦਰ ਨਹੀਂ ਤੁਸੀਂ ਰਹਿ ਸਕਦੇ, ਤੁਹਾਨੂੰ ਬਾਹਰ ਦਾ ਵੀ ਵੇਖਣਾ, ਤੇ ਬਾਹਰੋਂ ਬਹੁਤ ਕੁਝ ਤੁਹਾਨੂੰ ਮਿਲ ਸਕਦਾ। ਤੁਹਾਨੂੰ ਅੰਦਰੋਂ ਰੁਕਣਾ ਨਹੀਂ ਹੁੰਦਾ ਕਿ ਮੈਨੂੰ ਨਹੀਂ ਹੋ ਰਿਹਾ ਜਾਂ ਮੈਨੂੰ ਕੁਝ ਨਹੀਂ ਮਿਲਦਾ ਪਿਆ ਲਿਖਣ ਵਾਸਤੇ ਜਾਂ ਲੱਭਿਆ ਨਹੀਂ ਆ ਰਿਹਾ। ਥੋੜ੍ਹਾ ਸਮਾਂ ਲੈ ਕੇ ਕੁਛ ਕਿਸੇ ਕੰਮ ਦਾ ਨਾ ਹੋਵੇ, ਬਸ ਤੁਸੀਂ ਲਿਖਣ ਦੀ ਆਦਤ ਆਪਣੀ ਬਣਾ ਲਓ, ਫਿਰ ਹੋ ਜਾਂਦਾ। ਜੇ ਲਿਖਣ ਦੀ ਆਦਤ ਬਣਾ ਲੈਂਦੇ ਅਸੀਂ, ਫਿਰ ਸਾਡੇ ਕੋਲ ਲਫ਼ਜ਼ ਵੀ ਆਉਣੇ ਸ਼ੁਰੂ ਹੋ ਜਾਂਦੇ ਆ। ਫਿਰ ਸਾਡੇ ਕੋਲ ਉਹ ਜਿਹੜੀ ਲਫ਼ਜ਼ਾਂ ਦੀ ਗਾਗਰ ਉਹ ਭਰਨੀ ਸ਼ੁਰੂ ਹੋ ਜਾਂਦੀ ਹੈ। ਫਿਰ ਅਸੀਂ ਉਹਨਾਂ ਨੂੰ ਲਫ਼ਜ਼ਾਂ ਨੂੰ ਫਿਰ ਇੱਥੇ ਲਿਆ ਕੇ ਜੀ ਮੈਂ ਘੇਰ ਦਿੰਦੇ ਹਾਂ। ਜਿਵੇਂ ਹੁਣ ਲਿਖਿਆ ਸੀਗਾ, ਸ਼ੁਰੂ ਕੀਤਾ ਸੀਗਾ ਮੈਂ ਕਵਿਤਾਵਾਂ, ਜਦੋਂ 1-2 ਲਿਖਿਆ ਤੇ ਮੈਨੂੰ ਪਤਾ ਲੱਗਿਆ ਕਿ ਮੈਂ ਕਵਿਤਾਵਾਂ ਲਿਖ ਸਕਦਾ। ਤੇ ਮੈਂ ਆਪਣੇ ਦੋਸਤਾਂ ਨੂੰ ਦਿਖਾਈਆਂ ਤੇ ਮੇਰੇ ਦੋਸਤ ਮੈਨੂੰ ਫਿਰ ਦਿੰਦੇ ਸੀ ਕੁਛ, ਮੈਂ ਕਹਿੰਦਾ ਸੀ ਮੈਨੂੰ ਕੁਛ ਦੱਸੋ ਮੈਂ ਲਿਖਾਂ ਉਸ 'ਤੇ। ਤੇ ਫਿਰ ਹੁੰਦਾ ਸੀ ਉਦੋਂ ਕਿ ਮੈਂ ਇੱਕ ਤਰੀਕਾ ਹੁੰਦਾ ਸੀ ਲਿਖਣ ਦਾ, ਬਹੁਤ ਹੀ ਇੱਕ ਸੇਮ ਹੁੰਦੀਆਂ ਸੀਗੀਆਂ ਸਾਰੀਆਂ ਕਵਿਤਾਵਾਂ, ਬਟ ਇੱਕ ਤਰੀਕਾ ਮੈਂ ਬਣਾ ਲਿਆ। ਰੋਜ਼ ਮੈਂ ਲਿਖਣਾ ਸ਼ੁਰੂ ਕਰਤਾ, ਮੇਰੀ ਆਦਤ ਬਣ ਗਈ। ਤੇ ਫਿਰ ਉਸ ਤੋਂ ਬਾਅਦ ਫਿਰ ਹੁਣ ਕੁਛ ਵੀ ਹੁੰਦਾ, ਮੇਰੀ ਆਦਤ ਬਣੀ ਹੋਈ ਹੈ, ਤਾਂ ਜਿਵੇਂ ਕੁਛ ਮੈਂ ਦੇਖਦਾ ਆਪਣੇ ਆਸ-ਪਾਸ, ਉਸੇ ਵਕਤ ਲਾਈਨਾਂ ਬਣਨ ਲੱਗ ਜਾਂਦੀਆਂ ਨੇ। ਤੇ ਫਿਰ ਮੈਂ ਫਟਾਫਟ ਬਸ ਜਾਂ ਤਾਂ ਫੋਨ ਜਾਂ ਕੋਈ ਪੇਜ ਹੋਵੇ, ਮੈਂ ਫਿਰ ਲਿਖਣਾ ਸ਼ੁਰੂ ਕਰ ਦਿੰਦਾ। ਵਾਹ ਵਾਹ, ਇਹਨੂੰ ਕਹਿੰਦੇ ਆ ਵੀ ਕਲਪਨਾ ਨੂੰ ਮੁੱਠੀ ਵਿੱਚ ਬੰਦ ਕਰ ਲੈਣਾ, ਹੈ ਨਾ। ਸੋ ਇਸੇ ਤਰ੍ਹਾਂ ਦੇ ਨਾਲ ਤੁਸੀਂ ਸਮਾਜ ਦੇ ਮੁੱਦਿਆਂ ਨੂੰ ਉਕੇਰਦੇ ਰਹੋ ਜੀ, ਔਰ ਵਧੀਆ ਵਧੀਆ ਲਿਖਦੇ ਰਹੋ। ਇੰਡੀਆ ਬੁੱਕ ਆਫ ਰੈਕਰਡਸ ਦੇ ਵਿੱਚ ਤੁਸੀਂ ਨੋਮੀਨੇਟ ਹੋਏ ਹੋ, ਉੱਥੋਂ ਵਿਨ ਕੀਤਾ, ਉਹਦੇ ਵਾਸਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ। ਔਰ ਪਹਿਲੀ ਵਾਰੀ ਮਜ਼ਾ ਆਇਆ ਕਿ 16 ਸਾਲ ਦਾ ਸਭ ਤੋਂ ਛੋਟੀ ਉਮਰ ਦਾ ਸਮਾਜਿਕ ਮੁੱਦਿਆਂ ਦੇ ਉੱਤੇ ਲਿਖਣ ਵਾਲਾ ਕਵੀ ਸਾਡੇ ਕੋਲ ਹੈ। ਸੋ ਇੰਨਾ ਸਮਾਂ ਕੱਢਿਆ ਤੁਸੀਂ, ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਮਨਸੀਰ। ਬਹੁਤ ਧੰਨਵਾਦ ਤੁਹਾਡਾ ਜੀ।